ਹੈਲੋ एवरीवन, इंग्लिश लर्निंग कोर्स ਦੇ ਡੇ 22 ਵਿੱਚ ਤੁਹਾਡਾ ਸਵਾਗਤ ਹੈ। ਵੀ ਆਰ ਡਨ ਵਿਦ ਆਲ ਦ ਟੈਂਸਸ। ਅਸੀਂ ਸਾਰੇ ਟੈਂਸਸ ਇੱਕ ਇੱਕ ਕਰਕੇ ਕਰ ਲਏ ਹਨ ਐਂਡ ਟੂਡੇ ਵੀ ਵਿਲ ਟਰਾਈ ਟੂ ਰੀਕੈਪੀਚੂਲੇਟ ਆਲ। ਅਤੇ ਅੱਜ ਅਸੀਂ ਉਹਨਾਂ ਸਾਰਿਆਂ ਨੂੰ ਦੁਬਾਰਾ ਵੇਖਾਂਗੇ, ਇੱਕ ਝਾਤੀ ਮਾਰਾਂਗੇ ਉਹਨਾਂ 'ਤੇ। ਜੇਕਰ ਤੁਸੀਂ ਇਸ ਟੈਂਸ ਚਾਰਟ ਬਣਾਉਣ ਸਿੱਖ ਲਓਗੇ ਤਾਂ ਟੈਂਸ ਕਦੇ ਵੀ ਨਹੀਂ ਭੁੱਲੋਗੇ। ਵਾਕ ਦੇ ਅੰਤ ਵਿੱਚ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਵਿੱਚ ਦਾ ਹੈ, ਦੀ ਹੈ, ਦੀਆਂ ਹਨ ਆਉਂਦਾ ਹੈ। ਪਾਸਟ ਇੰਡੈਫੀਨਿਟ ਟੈਂਸ ਵਿੱਚ ਆ, ਏ, ਈ ਜਾਂ ਆ ਸੀ, ਏ ਸੀ ਆਦਿ ਆਉਂਦਾ ਹੈ। ਫਿਊਚਰ ਇੰਡੈਫੀਨਿਟ 'ਚ ਗਾ, ਗੇ, ਗੀ ਆਉਂਦਾ ਹੈ। ਇਸੇ ਤਰ੍ਹਾਂ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਵਿੱਚ ਰਿਹਾ ਹੈ, ਰਹੀ ਹੈ, ਰਹੀਆਂ ਹਨ। ਪਾਸਟ ਕੰਟੀਨਿਊਸ ਵਿੱਚ ਰਿਹਾ ਸੀ, ਰਹੇ ਸਨ, ਰਹੀਆਂ ਸਨ। ਫਿਊਚਰ ਕੰਟੀਨਿਊਸ ਵਿੱਚ ਰਿਹਾ ਹੋਵੇਗਾ, ਰਹੀ ਹੋਵੇਗੀ, ਰਹੇ ਹੋਣਗੇ। ਪ੍ਰੈਜ਼ੈਂਟ ਪਰਫੈਕਟ ਟੈਂਸ ਵਿੱਚ ਆ, ਏ, ਈ ਜਾਂ ਜਿਹੜਾ ਕੰਮ ਖਤਮ ਹੋ ਗਿਆ ਉਸ ਵਿੱਚ ਦਿੱਤਾ ਹੈ, ਚੁੱਕਾ ਹੈ ਵੀ ਹੋ ਸਕਦਾ ਹੈ। ਪਾਸਟ ਪਰਫੈਕਟ ਵਿੱਚ ਚੁੱਕਾ ਸੀ, ਚੁੱਕੇ ਸਨ। ਫਿਊਚਰ ਵਿੱਚ, ਫਿਊਚਰ ਪਰਫੈਕਟ ਵਿੱਚ ਚੁੱਕਾ ਹੋਵੇਗਾ, ਚੁੱਕੀ ਹੋਵੇਗੀ। ਇਸੇ ਤਰ੍ਹਾਂ ਪ੍ਰੈਜ਼ੈਂਟ ਪਰਫੈਕਟ ਟੈਂਸ ਵਿੱਚ, ਪਰਫੈਕਟ ਕੰਟੀਨਿਊਸ ਟੈਂਸ ਵਿੱਚ ਤੋਂ ਰਿਹਾ ਹੈ, ਤੋਂ ਰਹੀ ਹੈ, ਤੋਂ ਰਹੇ ਹਨ। ਪਾਸਟ ਪਰਫੈਕਟ ਕੰਟੀਨਿਊਸ ਵਿੱਚ ਤੋਂ ਰਿਹਾ ਸੀ, ਤੋਂ ਰਹੇ ਸਨ, ਤੋਂ ਰਹੀਆਂ ਸਨ। ਫਿਊਚਰ ਪਰਫੈਕਟ ਕੰਟੀਨਿਊਸ ਤੋਂ ਰਹੇ ਹੋਣਗੇ, ਤੋਂ ਰਹੀਆਂ ਹੋਣਗੀਆਂ। ਹੁਣ ਅਸੀਂ ਵੇਖਦੇ ਹਾਂ ਇਹਨਾਂ ਵਿੱਚ ਕੁਝ ਸ਼ਬਦ ਕਾਮਨ ਹਨ, ਜਿਵੇਂ ਕੰਟੀਨਿਊਸ ਟੈਂਸ ਵਿੱਚ ਹਰੇਕ ਵਿੱਚ ਰਿਹਾ ਹੈ ਆਉਂਦਾ ਹੈ। ਜਿਵੇਂ ਪ੍ਰੈਜ਼ੈਂਟ ਕੰਟੀਨਿਊਸ 'ਚ ਰਿਹਾ ਹੈ, ਪਾਸਟ ਕੰਟੀਨਿਊਸ ਰਿਹਾ ਸੀ, ਫਿਊਚਰ ਕੰਟੀਨਿਊਸ ਰਿਹਾ ਹੋਵੇਗਾ। ਇਸੇ ਤਰ੍ਹਾਂ ਪ੍ਰੈਜ਼ੈਂਟ ਪਰਫੈਕਟ ਟੈਂਸ ਵਿੱਚ ਚੁੱਕਾ ਹੈ, ਚੁੱਕਾ ਸੀ ਪਾਸਟ ਪਰਫੈਕਟ ਵਿੱਚ, ਅਤੇ ਫਿਊਚਰ ਪਰਫੈਕਟ ਵਿੱਚ ਚੁੱਕਾ ਹੋਵੇਗਾ। ਇਹ ਸ਼ਬਦ ਕਾਮਨ ਆਉਂਦੇ ਹਨ। ਇਸੇ ਤਰ੍ਹਾਂ ਪਰਫੈਕਟ ਕੰਟੀਨਿਊਸ ਵਿੱਚ ਵੀ ਤੋਂ ਰਿਹਾ ਹੈ, ਤੋਂ ਰਿਹਾ ਸੀ, ਤੋਂ ਰਿਹਾ ਹੋਵੇਗਾ ਆਉਂਦਾ ਹੈ। ਹੁਣ ਅਸੀਂ ਵੇਖਦੇ ਹਾਂ ਕਿ ਸਬਜੈਕਟ ਕਿਹੜੇ ਕਿਹੜੇ ਅਸੀਂ ਵੇਖੇ ਆ। ਜਿਵੇਂ ਆਏ, ਵੀ, ਦੇ, ਯੂ ਅਤੇ ਪਲੂਰਲ, ਹੀ, ਸ਼ੀ, ਇਟ ਅਤੇ ਸਿੰਗੂਲਰ। ਇਹੀ ਸਬਜੈਕਟ ਆਪਾਂ ਪਿਛਲੇ ਟੈਂਸਸ ਵਿੱਚ ਯੂਜ਼ ਕੀਤੇ ਹਨ। ਇਸ ਵਿੱਚ ਹੈਲਪਿੰਗ ਵਰਬਸ ਜਿਹੜੇ ਅਸੀਂ ਹਰ ਇੱਕ ਟੈਂਸ ਵਿੱਚ ਯੂਜ਼ ਕੀਤੇ ਹਨ ਉਹ ਇਸ ਟੇਬਲ ਵਿੱਚ ਲਿਖੇ ਹੋਏ ਹਨ। ਜਿਵੇਂ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਵਿੱਚ ਹੈਲਪਿੰਗ ਵਰਬ ਡੂ ਡਜ਼ ਹੁੰਦਾ ਹੈ। ਇਸ ਨਾਲ ਹੀ ਨੋਟ ਲੱਗਦਾ ਹੈ ਅਤੇ ਇਸ ਨੂੰ ਹੀ ਸਭ ਤੋਂ ਪਹਿਲਾਂ ਲਿਖਦੇ ਹਾਂ ਜਦੋਂ ਅਸੀਂ ਕੀ ਵਾਲੇ ਫਿਕਰੇ ਬਣਾਉਂਦੇ ਹਾਂ। ਇਸੇ ਤਰ੍ਹਾਂ ਪਾਸਟ ਇੰਡੈਫੀਨਿਟ ਟੈਂਸ ਵਿੱਚ ਡਿਡ ਦੇ ਨਾਲ ਹੀ ਨੋਟ ਲੱਗਦਾ ਹੈ ਅਤੇ ਡਿਡ ਨੂੰ ਹੀ ਅਸੀਂ ਫਸਟ 'ਤੇ ਲਿਖਦੇ ਹਾਂ ਜਦੋਂ ਅਸੀਂ ਇੰਟਰੋਗੇਟਿਵ ਬਣਾਉਂਦੇ ਹਾਂ। ਇਸ ਤਰ੍ਹਾਂ ਫਿਊਚਰ ਵਿੱਚ ਵਿਲ, ਸ਼ੈਲ ਹੈਲਪਿੰਗ ਵਰਬ ਹੁੰਦੇ ਹਨ। ਕੰਟੀਨਿਊਸ ਟੈਂਸ ਵਿੱਚ ਪ੍ਰੈਜ਼ੈਂਟ 'ਚ ਇਜ਼, ਐਮ, ਆਰ ਹੈਲਪਿੰਗ ਵਰਬ ਨੇ। ਪਾਸਟ ਕੰਟੀਨਿਊਸ ਵਿੱਚ ਵਾਜ਼, ਵਰ ਨੇ ਅਤੇ ਫਿਊਚਰ ਕੰਟੀਨਿਊਸ ਵਿੱਚ ਵਿਲ ਬੀ, ਸ਼ੈਲ ਬੀ ਹੈਲਪਿੰਗ ਵਰਬ ਨੇ। ਇਸੇ ਤਰ੍ਹਾਂ ਪਰਫੈਕਟ ਟੈਂਸ ਪ੍ਰੈਜ਼ੈਂਟ ਪਰਫੈਕਟ 'ਚ ਹੈਜ਼, ਹੈਵ, ਪਾਸਟ ਪਰਫੈਕਟ ਵਿੱਚ ਹੈਡ, ਫਿਊਚਰ ਪਰਫੈਕਟ ਵਿੱਚ ਵਿਲ ਹੈਵ, ਸ਼ੈਲ ਹੈਵ ਲੱਗਦੇ ਹਨ। ਇਸੇ ਤਰ੍ਹਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਵਿੱਚ ਹੈਜ਼, ਹੈਵ ਬਿਨ ਲੱਗ ਜਾਂਦਾ ਹੈ। ਪਾਸਟ ਪਰਫੈਕਟ ਕੰਟੀਨਿਊਸ 'ਚ ਹੈਡ ਬਿਨ ਅਤੇ ਫਿਊਚਰ ਪਰਫੈਕਟ ਕੰਟੀਨਿਊਸ ਵਿੱਚ ਵਿਲ ਹੈਵ ਬਿਨ ਜਾਂ ਸ਼ੈਲ ਹੈਵ ਬਿਨ ਲੱਗਦਾ ਹੈ। ਅੱਗੇ ਅਸੀਂ ਵੇਖਦੇ ਹਾਂ ਕਿ ਕਿਹੜੇ ਟੈਂਸ ਵਿੱਚ ਕਿਹੜੀ ਕਿਰਿਆ ਯੂਜ਼ ਹੁੰਦੀ ਹੈ, ਕਿਹੜੀ ਵਰਬ ਯੂਜ਼ ਕਰਦੇ ਹਾਂ। ਇਸ ਤਰ੍ਹਾਂ ਅਸੀਂ ਵੇਖਿਆ ਹੈ ਕਿ ਆਪਣੇ ਕੋਲ 6 ਅਜਿਹੇ ਟੈਂਸ ਹਨ ਜਿਸ ਵਿੱਚ ਵਰਬ ਦੀ ਫਸਟ ਫਾਰਮ ਨਾਲ ING ਲੱਗਦੀ ਹੈ ਅਤੇ 3 ਅਜਿਹੇ ਟੈਂਸ ਹਨ ਪਰਫੈਕਟ ਟੈਂਸ ਜਿਨ੍ਹਾਂ ਵਿੱਚ ਅਸੀਂ ਵਰਬ ਦੀ ਥਰਡ ਫਾਰਮ ਯੂਜ਼ ਕਰਦੇ ਹਾਂ ਅਤੇ ਬਾਕੀ ਦੇ 3 ਵਿੱਚ ਅਸੀਂ ਵਰਬ ਦੀ ਫਸਟ ਫਾਰਮ ਇੰਡੈਫੀਨਿਟ ਟੈਂਸਿਸ ਵਿੱਚ ਅਸੀਂ ਵਰਬ ਦੀ ਫਸਟ ਫਾਰਮ ਯੂਜ਼ ਕਰਦੇ ਹਾਂ। ਸਿਰਫ ਪਾਸਟ ਇੰਡੈਫੀਨਿਟ ਟੈਂਸ ਵਿੱਚ ਜਦੋਂ ਅਸੀਂ ਅਫਰਮੇਟਿਵ ਸੈਂਟੈਂਸ ਬਣਾਉਂਦੇ ਹਾਂ ਤਾਂ ਵਰਬ ਦੀ ਸੈਕਿੰਡ ਫਾਰਮ ਯੂਜ਼ ਹੁੰਦੀ ਹੈ। ਸੋ ਇੱਥੋਂ ਪਤਾ ਲੱਗਦਾ ਹੈ ਕਿ ਵਰਬ ਦੀ ਸੈਕਿੰਡ ਫਾਰਮ ਸਿਰਫ ਅਤੇ ਸਿਰਫ ਪਾਸਟ ਇੰਡੈਫੀਨਿਟ ਟੈਂਸ ਵਿੱਚ ਹੀ ਵਰਤੀ ਜਾਂਦੀ ਹੈ। ਉਹ ਵੀ ਜਦੋਂ ਅਸੀਂ ਨੈਗੇਟਿਵ ਬਣਾਉਂਦੇ ਹਾਂ ਜਾਂ ਇੰਟੈਰੋਗੇਟਿਵ ਬਣਾਉਂਦੇ ਹਾਂ ਤਾਂ ਵਰਬ ਦੀ ਫਸਟ ਫਾਰਮ ਹੀ ਡਿਡ ਦੇ ਨਾਲ ਲਗਾਈ ਜਾਂਦੀ ਹੈ। ਹੈਲਪਿੰਗ ਵਰਬ ਡਿਡ ਹੁੰਦਾ ਹੈ ਇਸ ਵਿੱਚ। ਸੋ ਇਹ ਰੂਲ ਤੁਸੀਂ ਚੰਗੀ ਤਰ੍ਹਾਂ ਵੇਖ ਸਕਦੇ ਹੋ। ਮੇਨਲੀ ਇਹਦੇ ਵਿੱਚ ਸਭ ਤੋਂ ਪਹਿਲਾਂ ਸਬਜੈਕਟ, ਉਸ ਤੋਂ ਬਾਅਦ ਹੈਲਪਿੰਗ ਵਰਬ ਹੁੰਦਾ ਹੈ, ਫਿਰ ਵਰਬ, ਫਿਰ ਆਬਜੈਕਟ। ਨੈਗੇਟਿਵ ਸੈਂਟੈਂਸਿਸ ਵਿੱਚ ਅਸੀਂ
ਹੈਲਪਿੰਗ ਵਰਬ ਦੇ ਨਾਲ ਨਾਟ ਦੀ ਵਰਤੋਂ ਕਰਦੇ ਹਾਂ ਅਤੇ ਇੰਟੈਰੋਗੇਟਿਵ ਸੈਂਟੈਂਸਿਸ ਵਿੱਚ ਹੈਲਪਿੰਗ ਵਰਬ ਨੂੰ ਸਭ ਤੋਂ ਫਸਟ ਤੇ ਲਿਖਦੇ ਹਾਂ। ਕੁਐਸਚਨ ਵਰਡ ਹੋਵੇ ਤਾਂ ਅਸੀਂ ਉਸ ਨੂੰ ਸਭ ਤੋਂ ਪਹਿਲਾਂ, ਉਸ ਤੋਂ ਬਾਅਦ ਹੈਲਪਿੰਗ ਵਰਬ ਪਲੱਸ ਸਬਜੈਕਟ ਪਲੱਸ ਵਰਬ ਪਲੱਸ ਆਬਜੈਕਟ। ਅਸੀਂ ਵਰਬ ਵੇਖਿਆ ਹੈ ਕਿ ਕਿਹੜੇ ਟੈਂਸ ਵਿੱਚ ਕਿਹੜਾ ਵਰਬ ਯੂਜ਼ ਕਰਨਾ ਹੈ। ਸੋ ਇਹ ਰੂਲ ਅਸੀਂ ਆਲਰੇਡੀ ਕਰ ਲਏ ਹਨ। ਤੁਸੀਂ ਇਸ ਰੂਲ ਨੂੰ ਚੰਗੀ ਤਰ੍ਹਾਂ, ਟੈਂਸ ਰੂਲ ਚਾਰਟ ਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ ਹੈ ਤਾਂ ਕਿ ਤੁਹਾਨੂੰ ਕਦੀ ਵੀ ਟੈਂਸ ਨਾ ਭੁੱਲਣ। ਅੱਗੇ ਅਸੀਂ ਵੇਖਦੇ ਹਾਂ ਕਿ ਕਿਸ ਤਰ੍ਹਾਂ ਅਸੀਂ ਇੱਕ ਹੀ ਸੈਂਟੈਂਸ ਨੂੰ ਸਾਰੇ ਫਿਕਰੇ ਵਿੱਚ ਯੂਜ਼ ਕਰ ਲੈਂਦੇ ਹਾਂ। ਜਿਵੇਂ ਪ੍ਰੈਜ਼ੈਂਟ ਇੰਡੈਫੀਨਿਟ ਵਿੱਚ ਮੈਂ ਕ੍ਰਿਕਟ ਖੇਡਦਾ ਹਾਂ, ਆਈ ਪਲੇ ਕ੍ਰਿਕਟ। ਉਹ ਕ੍ਰਿਕਟ ਖੇਡਦੀ ਹੈ, ਸ਼ੀ ਪਲੇਜ਼ ਕ੍ਰਿਕਟ। ਇੱਥੇ ਐਸ ਜਾਂ ਈ ਐਸ ਲੱਗਦਾ ਹੈ ਜੇਕਰ ਹੀ, ਸ਼ੀ, ਇਟ ਅਤੇ ਸਿੰਗੂਲਰ ਹੋਣ ਤਾਂ, ਸਬਜੈਕਟਸ ਹੋਣ ਤਾਂ। ਇਸੇ ਤਰ੍ਹਾਂ ਪਾਸਟ ਇੰਡੈਫੀਨਿਟ ਟੈਂਸ ਵਿੱਚ ਸੈਕਿੰਡ ਫਾਰਮ ਲੱਗਦੀ ਹੈ ਜੇਕਰ ਅਫਰਮੇਟਿਵ ਹਨ। ਜੇਕਰ ਇਸ ਨੂੰ ਨੈਗੇਟਿਵ ਜਾਂ ਇੰਟੈਰੋਗੇਟਿਵ ਹਾਂ ਤਾਂ ਵਰਬ ਦੀ ਫਸਟ ਫਾਰਮ ਲੱਗਦੀ ਹੈ ਅਤੇ ਡਿਡ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਪਾਸਟ ਇੰਡੈਫੀਨਿਟ ਮੈਂ ਕ੍ਰਿਕਟ ਖੇਡੀ, ਆਈ ਪਲੇਡ ਕ੍ਰਿਕਟ, ਸ਼ੀ ਪਲੇਡ ਕ੍ਰਿਕਟ। ਫਿਊਚਰ ਇੰਡੈਫੀਨਿਟ ਮੈਂ ਕ੍ਰਿਕਟ ਖੇਡਾਂਗਾ, ਆਈ ਸ਼ੈਲ ਪਲੇ ਕ੍ਰਿਕਟ। ਉਹ ਕ੍ਰਿਕਟ ਖੇਡੇਗੀ, ਸ਼ੀ ਵਿਲ ਪਲੇ ਕ੍ਰਿਕਟ। ਪ੍ਰੈਜ਼ੈਂਟ ਕੰਟੀਨਿਊਸ ਮੈਂ ਕ੍ਰਿਕਟ ਖੇਡ ਰਿਹਾ ਹਾਂ, ਆਈ ਐਮ ਪਲੇਇੰਗ ਕ੍ਰਿਕਟ, ਸ਼ੀ ਇਜ਼ ਪਲੇਇੰਗ ਕ੍ਰਿਕਟ। ਉਹ ਕ੍ਰਿਕਟ ਖੇਡ ਰਹੀ ਹੈ। ਪਾਸਟ ਕੰਟੀਨਿਊਸ ਵਿੱਚ ਆਈ ਵਾਜ਼ ਪਲੇਇੰਗ ਕ੍ਰਿਕਟ, ਸ਼ੀ ਵਾਜ਼ ਪਲੇਇੰਗ ਕ੍ਰਿਕਟ। ਫਿਊਚਰ ਕੰਟੀਨਿਊਸ ਆਈ ਸ਼ੈਲ ਬੀ ਪਲੇਇੰਗ ਕ੍ਰਿਕਟ, ਸ਼ੀ ਵਿਲ ਬੀ ਪਲੇਇੰਗ ਕ੍ਰਿਕਟ। ਇਸੇ ਤਰ੍ਹਾਂ ਪਰਫੈਕਟ ਟੈਂਸਿਸ ਵਿੱਚ ਹੈਜ਼ ਹੈਵ ਦੀ ਵਰਤੋਂ ਕੀਤੀ ਗਈ ਹੈ। ਪ੍ਰੈਜ਼ੈਂਟ ਪਰਫੈਕਟ ਵਿੱਚ ਆਈ ਹੈਵ ਪਲੇਡ ਕ੍ਰਿਕਟ, ਮੈਂ ਕ੍ਰਿਕਟ ਖੇਡ ਚੁੱਕਾ ਹਾਂ ਜਾਂ ਮੈਂ ਕ੍ਰਿਕਟ ਖੇਡ ਲਈ ਹੈ। ਸ਼ੀ ਹੈਜ਼ ਪਲੇਡ ਕ੍ਰਿਕਟ, ਉਸਨੇ ਕ੍ਰਿਕਟ ਖੇਡ ਲਈ ਹੈ ਜਾਂ ਉਹ ਕ੍ਰਿਕਟ ਖੇਡ ਚੁੱਕੀ ਹੈ। ਪਾਸਟ ਪਰਫੈਕਟ ਵਿੱਚ ਆਈ ਹੈਡ ਪਲੇਡ ਕ੍ਰਿਕਟ, ਮੈਂ ਕ੍ਰਿਕਟ ਖੇਡ ਚੁੱਕਾ ਸੀ। ਸ਼ੀ ਹੈਡ ਪਲੇਡ ਕ੍ਰਿਕਟ, ਉਹ ਕ੍ਰਿਕਟ ਖੇਡ ਚੁੱਕੀ ਸੀ। ਫਿਊਚਰ ਪਰਫੈਕਟ ਦੇ ਵਿੱਚ ਆਈ ਸ਼ੈਲ ਹੈਵ ਪਲੇਡ ਕ੍ਰਿਕਟ, ਮੈਂ ਕ੍ਰਿਕਟ ਖੇਡ ਚੁੱਕਾ ਹੋਵਾਂਗਾ। ਸ਼ੀ ਵਿਲ ਹੈਵ ਪਲੇਡ ਕ੍ਰਿਕਟ, ਉਹ ਕ੍ਰਿਕਟ ਖੇਡ ਚੁੱਕੀ ਹੋਏਗੀ। ਇਸੇ ਤਰ੍ਹਾਂ ਪਰਫੈਕਟ ਕੰਟੀਨਿਊਸ ਟੈਂਸਿਸ ਵਿੱਚ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਵਿੱਚ ਅਸੀਂ ਸਵੇਰ ਤੋਂ ਯੂਜ਼ ਕੀਤਾ ਹੈ। ਜੇ ਆਈ ਹੈਵ ਬਿਨ ਪਲੇਇੰਗ ਕ੍ਰਿਕਟ ਸਿੰਸ ਮੋਰਨਿੰਗ, ਮੈਂ ਸਵੇਰ ਤੋਂ ਕ੍ਰਿਕਟ ਖੇਡ ਰਿਹਾ ਹਾਂ। ਸ਼ੀ ਹੈਜ਼ ਬਿਨ ਪਲੇਇੰਗ ਕ੍ਰਿਕਟ ਸਿੰਸ ਮੋਰਨਿੰਗ, ਉਹ ਸਵੇਰ ਤੋਂ ਕ੍ਰਿਕਟ ਖੇਡ ਰਹੀ ਹੈ। ਪਾਸਟ ਪਰਫੈਕਟ ਕੰਟੀਨਿਊਸ ਆਈ ਹੈਡ ਬਿਨ ਪਲੇਇੰਗ ਕ੍ਰਿਕਟ ਸਿੰਸ ਮੋਰਨਿੰਗ, ਮੈਂ ਸਵੇਰ ਤੋਂ ਕ੍ਰਿਕਟ ਖੇਡ ਰਿਹਾ ਸੀ। ਸ਼ੀ ਹੈਡ ਬਿਨ ਪਲੇਇੰਗ ਕ੍ਰਿਕਟ ਸਿੰਸ ਮੋਰਨਿੰਗ, ਉਹ ਸਵੇਰ ਤੋਂ ਕ੍ਰਿਕਟ ਖੇਡ ਰਹੀ ਸੀ। ਇਸੇ ਤਰ੍ਹਾਂ ਫਿਊਚਰ ਪਰਫੈਕਟ ਕੰਟੀਨਿਊਸ ਟੈਂਸ ਵਿੱਚ ਆਈ ਸ਼ੈਲ ਹੈਵ ਬਿਨ ਪਲੇਇੰਗ ਕ੍ਰਿਕਟ ਸਿੰਸ ਮੋਰਨਿੰਗ, ਸ਼ੀ ਵਿਲ ਹੈਵ ਬਿਨ ਪਲੇਇੰਗ ਕ੍ਰਿਕਟ ਸਿੰਸ ਮੋਰਨਿੰਗ। ਇੱਕ ਹੋਰ ਚਾਰਟ ਵੇਖਦੇ ਹਾਂ। ਪ੍ਰੈਜ਼ੈਂਟ ਇੰਡੈਫੀਨਿਟ ਹੀ ਵੇਟਸ ਫॉर ਮੀ, ਉਹ ਮੇਰੀ ਉਡੀਕ ਕਰਦਾ ਹੈ। ਹੀ ਡਜ਼ਨਟ ਵੇਟ ਫॉर ਮੀ, ਉਹ ਮੇਰੀ ਉਡੀਕ ਨਹੀਂ ਕਰਦਾ ਹੈ। ਡਜ਼ ਹੀ ਵੇਟ ਫॉर ਮੀ, ਕੀ ਉਹ ਮੇਰੀ ਉਡੀਕ ਕਰਦਾ ਹੈ। ਪਾਸਟ ਇੰਡੈਫੀਨਿਟ ਹੀ ਵੇਟਡ ਫॉर ਮੀ, ਉਸਨੇ ਮੇਰੀ ਉਡੀਕ ਕੀਤੀ। ਹੀ ਡਿਡਨਟ ਵੇਟ ਫॉर ਮੀ, ਉਸਨੇ ਮੇਰੀ ਉਡੀਕ ਨਹੀਂ ਕੀਤੀ। ਡਿਡ ਹੀ ਵੇਟ ਫॉर ਮੀ, ਕੀ ਉਸਨੇ ਮੇਰੀ ਉਡੀਕ ਕੀਤੀ। ਫਿਊਚਰ ਇੰਡੈਫੀਨਿਟ ਹੀ ਵਿਲ ਵੇਟ ਫॉर ਮੀ, ਉਹ ਮੇਰੀ ਉਡੀਕ ਕਰੇਗਾ। ਹੀ ਵਿਲ ਨਾਟ ਵੇਟ ਫॉर ਮੀ, ਉਹ ਮੇਰੀ ਉਡੀਕ ਨਹੀਂ ਕਰੇਗਾ। ਵਿਲ ਹੀ ਵੇਟ ਫॉर ਮੀ, ਕੀ ਉਹ ਮੇਰੀ ਉਡੀਕ ਕਰੇਗਾ। ਪ੍ਰੈਜ਼ੈਂਟ ਕੰਟੀਨਿਊਸ ਉਹ ਮੇਰੀ ਉਡੀਕ ਕਰ ਰਿਹਾ ਹੈ। ਹੀ ਇਜ਼ ਵੇਟਿੰਗ ਫॉर ਮੀ। ਹੀ ਇਜ਼ ਨਾਟ ਵੇਟਿੰਗ ਫॉर ਮੀ, ਇਜ਼ ਹੀ ਵੇਟਿੰਗ ਫॉर ਮੀ। ਪਾਸਟ ਕੰਟੀਨਿਊਸ he was waiting for me, he wasn't waiting for me, was he waiting for me. Future continuous he will be waiting for me, will not be waiting for me, will he waiting for me. Present perfect tense he has waited for me, he hasn't waited for me, has he waited for me. Past perfect he had waited for me, he hadn't waited for me, had he waited for me. Future perfect he will have waited for me, he will not have waited for me, will he have waited for me. इस तरह future perfect continuous tense he has been waiting for me for 2 hours, he has not been waiting for me for 2 hours,
Has he waiting for me? Has he been waiting for me for 2 hours? Past perfect continuous. He had been waiting for me for 2 hours. He had not been waiting for me for 2 hours. Had he been waiting for me for 2 hours? Future perfect continuous. He will have been waiting for me for 2 hours. He will not have been waiting for me for 2 hours. Will he have been waiting for me for 2 hours? ਇਸੇ ਤਰ੍ਹਾਂ ਗੋ ਟੂ ਸਕੂਲ ਜਾਣਾ, ਇਸ ਨੂੰ ਅਸੀਂ ਸਾਰੇ ਹੀ ਟੈਂਸਸ ਵਿੱਚ ਵਰਤਾਂਗੇ। ਪ੍ਰੈਜ਼ੈਂਟ ਇੰਡੈਫੀਨਿਟ, ਦੇ ਗੋ ਟੂ ਸਕੂਲ, ਉਹ ਸਕੂਲ ਜਾਂਦੇ ਹਨ। ਦੇ ਡੋਂਟ ਗੋ ਟੂ ਸਕੂਲ, ਉਹ ਸਕੂਲ ਨਹੀਂ ਜਾਂਦੇ ਹਨ। ਡੂ ਦੇ ਗੋ ਟੂ ਸਕੂਲ, ਕੀ ਉਹ ਸਕੂਲ ਜਾਂਦੇ ਹਨ। ਪਾਸਟ ਇੰਡੈਫੀਨਿਟ, ਦੇ ਵੈਂਟ ਟੂ ਸਕੂਲ, ਉਹ ਸਕੂਲ ਗਏ। ਦੇ ਡਿਡੰਟ ਗੋ ਟੂ ਸਕੂਲ, ਉਹ ਸਕੂਲ ਨਹੀਂ ਗਏ। ਡਿਡ ਦੇ ਗੋ ਟੂ ਸਕੂਲ, ਕੀ ਉਹ ਸਕੂਲ ਗਏ। ਫਿਊਚਰ ਇੰਡੈਫੀਨਿਟ, ਦੇ ਵਿਲ ਗੋ ਟੂ ਸਕੂਲ, ਉਹ ਸਕੂਲ ਜਾਣਗੇ। ਦੇ ਵਿਲ ਨਾਟ ਗੋ ਟੂ ਸਕੂਲ, ਉਹ ਸਕੂਲ ਨਹੀਂ ਜਾਣਗੇ। ਵਿਲ ਦੇ ਗੋ ਟੂ ਸਕੂਲ, ਕੀ ਉਹ ਸਕੂਲ ਜਾਣਗੇ। ਇਸ ਤਰ੍ਹਾਂ ਕੰਟੀਨਿਊਸ ਟੈਂਸ, ਪ੍ਰੈਜ਼ੈਂਟ ਕੰਟੀਨਿਊਸ, they are going to school. Past continuous, they were going to school. Future continuous, they will be going to school. Perfect tense, present perfect, they have gone to school. They had gone to school in past. In future, they will have gone to school. In present perfect continuous, they have been going to school for 10 days. ਉਹ 10 ਦਿਨ ਤੋਂ ਸਕੂਲ ਜਾ ਰਹੇ ਹਨ। They had been going to school for 10 days. ਉਹ 10 ਦਿਨ ਤੋਂ ਸਕੂਲ ਜਾ ਰਹੇ ਸਨ। They will have been going to school for 10 days. ਉਹ 10 ਦਿਨ ਤੋਂ ਸਕੂਲ ਜਾ ਰਹੇ ਹੋਣਗੇ। ਹੁਣ ਇਹ ਚਾਰਟ ਬਣਾਉਣ ਦੀ ਤੁਹਾਡੀ ਵਾਰੀ ਹੈ। ਇਟਸ ਯੋਰ ਟਰਨ ਨਾਓ। ਪ੍ਰੈਜ਼ੈਂਟ ਇੰਡੈਫੀਨਿਟ ਵਿੱਚ ਅਫਰਮੇਟਿਵ ਸੈਂਟੈਂਸ ਬਣਾਇਆ ਗਿਆ ਹੈ। ਸ਼ੀ ਪਲੱਕਸ ਦਾ ਫਲਾਰ, ਉਹ ਫੁੱਲ ਤੋੜਦੀ ਹੈ। ਉਹ ਫੁੱਲ ਨਹੀਂ ਤੋੜਦੀ ਹੈ, ਕੀ ਉਹ ਫੁੱਲ ਤੋੜਦੀ ਹੈ, ਉਹ ਤੁਸੀਂ ਖੁਦ ਬਣਾਉਣਾ ਹੈ। ਪਾਸਟ ਵਿੱਚ ਉਸਨੇ ਫੁੱਲ ਤੋੜੇ, ਉਸਨੇ ਫੁੱਲ ਨਹੀਂ ਤੋੜੇ, ਕੀ ਉਸਨੇ ਫੁੱਲ ਤੋੜੇ, ਇਸ ਨੂੰ ਖੁਦ ਬਣਾਓ। ਫਿਊਚਰ ਵਿੱਚ ਉਹ ਫੁੱਲ ਤੋੜੇਗੀ, ਉਹ ਫੁੱਲ ਨਹੀਂ ਤੋੜੇਗੀ, ਕੀ ਉਹ ਫੁੱਲ ਤੋੜੇਗੀ। ਇਸ ਤਰ੍ਹਾਂ ਤੁਸੀਂ ਕਰਦੇ ਕਰਦੇ ਸਾਰਾ ਚਾਰਟ ਕੰਪਲੀਟ ਕਰ ਦਿਓ। ਇੱਕ ਚਾਰਟ ਹੋਰ ਵੀ ਦਿੱਤਾ ਹੈ, ਇਸ ਨੂੰ ਵੀ ਕੰਪਲੀਟ ਕਰਨਾ ਹੈ। ਮੋਹਨ ਈਟਸ ਮੈਂਗੋਜ਼, ਮੋਹਨ ਅੰਬ ਖਾਂਦਾ ਹੈ। ਮੋਹਨ ਅੰਬ ਨਹੀਂ ਖਾਂਦਾ ਹੈ, ਕੀ ਮੋਹਨ ਅੰਬ ਖਾਂਦਾ ਹੈ। ਮੋਹਨ ਅੰਬ ਖਾ ਰਿਹਾ ਹੈ, ਮੋਹਨ ਅੰਬ ਖਾ ਰਿਹਾ ਸੀ। ਮੋਹਨ ਅੰਬ ਖਾ ਰਿਹਾ ਹੋਵੇਗਾ। ਮੋਹਨ ਨੇ ਅੰਬ ਖਾ ਲਏ ਹਨ। ਮੋਹਨ ਅੰਬ ਖਾ ਚੁੱਕਾ ਸੀ। ਮੋਹਨ ਅੰਬ ਖਾ ਚੁੱਕਾ ਹੋਵੇਗਾ। ਮੋਹਨ ਸਵੇਰ ਤੋਂ ਅੰਬ ਖਾ ਰਿਹਾ ਹੈ। ਮੋਹਨ ਸਵੇਰ ਤੋਂ ਅੰਬ ਖਾ ਰਿਹਾ ਸੀ। ਮੋਹਨ ਸਵੇਰ ਤੋਂ ਅੰਬ ਖਾ ਰਿਹਾ ਹੋਵੇਗਾ। ਇਸ ਤਰ੍ਹਾਂ ਤੁਸੀਂ ਇਸ ਨੂੰ ਚਾਰਟ ਨੂੰ ਕੰਪਲੀਟ ਕਰ ਲੈਣਾ ਹੈ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਜ਼ਰੂਰ ਕਰ ਦੇਣਾ। ਥੈਂਕ ਯੂ।